ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਸੁਖਵੰਤ ਕੌਰ ਮਾਨ ਜੀ ਦੀ ਕਹਾਣੀ ਮੋਹ ਮਿੱਟੀ ਨੂੰ ਪੜ੍ਹਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਸੁਖਵੰਤ ਕੌਰ ਮਾਨ ਜੀ ਦੀ ਕੀ ਦੇਣ ਹੈ ਇਸ ਬਾਰੇ ਵੀ ਜਾਣ ਲੈਂਦੇ ਹਾਂ। ਇਹਨਾਂ ਦਾ ਜਨਮ 19 ਜਨਵਰੀ 1937 ਈਸਵੀ ਵਿੱਚ ਹੋਇਆ। ਇਹਨਾਂ ਨੇ ਬਹੁਤ ਸਾਰੇ ਕਹਾਣੀ ਸੰਗ੍ਰਹਿ ਲਿਖੇ, ਜਿਨ੍ਹਾਂ ਵਿੱਚੋਂ ਪਖੜੇ ਦੇ ਫੁੱਲ, ਤਰੇੜ, ਇਸ ਦੇ ਬਾਵਜੂਦ, ਮੋਹ ਮਿੱਟੀ, ਚਾਦਰ ਹੇਠਲਾ ਬੰਦਾ, ਮਨਮੱਤੀਆ, ਉਹ ਨਹੀਂ ਆਉਣਗੇ, ਮੱਕੜੀਆਂ, ਮਹਿਰੂਮੀਆਂ ਆਦਿ ਹਨ। ਇਹਨਾਂ ਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਪ੍ਰਾਪਤ ਹੁੰਦੇ ਰਹੇ, ਜਿਵੇਂ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ 2000 ਈਸਵੀ ਵਿੱਚ ਮਿਲਿਆ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਲਈ ਪੁਰਸਕਾਰ 2002 ਈਸਵੀ ਵਿੱਚ ਪ੍ਰਾਪਤ ਹੋਇਆ। ਮੋਹ ਮਿੱਟੀ ਸੁਖਵੰਤ ਕੌਰ ਮਾਨ ਜੀ ਦੀ ਅਜਿਹੀ ਕਹਾਣੀ ਹੈ ਜਿਹੜੀ ਹਰੇ ਇਨਕਲਾਬ ਤੇ ਹਰਿਆਲੀ ਵਾਲੇ ਪ੍ਰਚਾਰ ਦੀ ਅਸਲੀਅਤ ਦਾ ਪਰਦਾਫਾਸ਼ ਕਰਦੀ ਹੈ। ਹਰੇ ਇਨਕਲਾਬ ਨੇ ਕਿਸਾਨਾਂ ਵਿੱਚ ਨਵੀਂ ਚੇਤਨਾ ਤਾਂ ਲਿਆਂਦੀ, ਪਰੰਤੂ ਸਰਕਾਰ ਦੀ ਉਤਪਾਦਨ ਅਤੇ ਵਿਕਰੀ ਪ੍ਰਤੀ ਕੋਈ ਠੋਸ ਨੀਤੀ ਦੀ ਅਣਹੋਂਦ ਕਾਰਨ ਦਰਮਿਆਨੇ ਤੇ ਨਿਮਨ ਕਿਸਾਨ ਨੂੰ ਇਸ ਦਾ ਲਾਭ ਘੱਟ ਤੇ ਨੁਕਸਾਨ ਜ਼ਿਆਦਾ ਹੋਇਆ ਹੈ। ਇਸ ਦਾ ਅਸਰ ਕਿਸਾਨੀ ਦੀ ਆਰਥਿਕਤਾ ਉੱਤੇ ਹੀ ਨਹੀਂ ਹੋਇਆ, ਸਗੋਂ ਇਸ ਨਾਲ ਪਰਿਵਾਰਿਕ ਰਿਸ਼ਤਿਆਂ ਵਿੱਚ ਵੀ ਤਰੇੜਾਂ ਪੈਦਾ ਹੋਈਆਂ। ਮੰਡੀ ਦੀ ਲੁੱਟ ਕਾਰਨ ਪੈਦਾ ਹੋਈ ਆਰਥਿਕ ਤੋਟ ਦੇ ਕਾਰਨਾਂ ਦੀ ਸਹੀ ਪਹਿਚਾਣ ਨਾ ਕਰ ਸਕਣ ਦੀ ਸੀਮਾ ਕਾਰਨ ਪਰਿਵਾਰ ਦੇ ਜੀਅ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਪਈ। ਕਿਸਾਨੀ ਜੀਵਨ ਦਾ ਇਹ ਸੱਚ ਇਸ ਕਹਾਣੀ ਵਿੱਚ ਪੇਸ਼ ਹੋਇਆ ਹੈ। ਹੁਣ ਇਸ ਕਹਾਣੀ ਨੂੰ ਪੜ੍ਹ ਲੈਂਦੇ ਹਾਂ। ਸੜਕ ਤੋਂ ਕੋਠੀ ਵੱਲ ਆਉਂਦਿਆਂ ਮੈਨੂੰ ਉਹ ਅਣਬਣੀ ਤੇ ਅਧੂਰੀ ਜਿਹੀ ਕੋਠੀ ਚੋਖੀ ਪੁਰਾਣੀ ਜਿਹੀ ਲੱਗੀ। ਮੀਂਹਾਂ ਨਾਲ ਕਾਲਾ ਹੋਇਆ ਪਿਆ ਮੱਥਾ, ਘਰਾਲਾਂ ਜਿਹੀਆਂ ਪਈਆਂ ਹੋਈਆਂ, ਸੱਜੇ ਪਾਸੇ ਪਿਆ ਅਣਵਰਤਿਆ ਇੱਟਾਂ ਦਾ ਇੱਕ ਚੱਠਾ, ਨਾਲ ਹੀ ਬਤਊਆਂ ਦੇ ਬਾਲਣ ਦੇ ਢੇਰ, ਸਾਹਮਣੇ ਲਾਉਣ ਵਿੱਚ ਰੱਖੀ ਥਾਂ 'ਤੇ ਐਨ ਕੋਠੀ ਦੇ ਸਾਹਮਣੇ ਲੱਗਾ ਹੋਇਆ ਝੋਨੇ ਦੀ ਪਰਾਲੀ ਦਾ ਇੱਕ ਢੇਰ। ਕਾਫੀ ਵਰ੍ਹੇ ਪਹਿਲਾਂ ਚਾਚਾ ਜੀ ਕੋਠੀ ਦਾ ਨਕਸ਼ਾ ਲੁਧਿਆਣੇ ਦੇ ਕਿਸੇ ਮਸ਼ਹੂਰ ਨਕਸ਼ਾ ਨਵੀਸ ਤੋਂ ਬਣਵਾ ਕੇ ਲਿਆਏ ਸਨ। ਬੜੀ ਰੀਝ ਨਾਲ ਉਹਨਾਂ ਕੋਠੀ ਪਾਉਣੀ ਸ਼ੁਰੂ ਕੀਤੀ ਸੀ। ਉਹ ਇਸ ਨੂੰ ਫਾਰਮ ਹਾਊਸ ਆਖਦੇ। ਐਨ ਪੱਕੀ ਸੜਕ ਦੇ ਕੰਢੇ ਮੂਹਰੇ ਕੋਈ 2 ਕਨਾਲਾਂ ਦਾ ਥਾਂ ਲਾਉਣ ਲਈ ਰੱਖੀ ਗਈ ਸੀ। ਕੰਧਾਂ ਦੀ ਧੁਰ ਤੋਂ ਧੁਰ ਤੱਕ ਸੀਮੈਂਟ ਦੀ ਚਿਣਾਈ, ਪਰ ਕੰਧਾਂ ਉਸਾਰ ਕੇ ਲੈਂਟਰ ਪਾਉਂਦਿਆਂ ਤੱਕ ਹੀ ਉਹਨਾਂ ਦਾ ਬਜਟ ਲੜਖੜਾ ਕੇ ਰਹਿ ਗਿਆ ਸੀ। ਰਸੋਈ, ਸਟੋਰ ਤੇ ਇੱਕ ਕਮਰੇ ਦਾ ਸਾਦਾ ਜਿਹਾ ਫਰਸ਼ ਪਾ ਕੇ ਉਹ ਪਿੰਡ ਵਾਲੇ ਢੱਠੇ ਕੋਠੜਿਆਂ 'ਚੋਂ ਆਪਣਾ ਲਟਾ ਪੁਟਾ ਚੁੱਕ ਲਿਆਏ ਸਨ। ਇੱਥੋਂ ਤੱਕ ਕਿ ਇੱਕ ਗੁਸਲਖਾਨਾ ਪੂਰਾ ਕਰਨ ਦੀ ਵੀ ਉਹਨਾਂ ਦੀ ਹਿੰਮਤ ਨਹੀਂ ਸੀ ਪਈ। ਦੂਰ ਖੇਤਾਂ 'ਚ ਵੇਖਿਆ ਤਾਂ ਚਾਚਾ ਸਾਹਿਬ ਖੱਬੇ ਹੱਥ ਨਾਲ ਪਜਾਮੇ ਦਾ ਖੱਬਾ ਪਹੁੰਚਾ ਚੁੱਕੀ ਪਰਿਓਂ ਖੇਤ ਦੀ ਵੱਟੋ ਵੱਟ ਘਰ ਨੂੰ ਭੱਜੇ ਆ ਰਹੇ ਸਨ। ਸਮੁੰਦਰ ਕੱਦ, ਛਾਂਗਿਆ ਹੋਇਆ ਪਤਲਾ ਸਰੀਰ, ਮੱਥੇ 'ਤੇ ਸੋਚ ਕੇ ਵੱਟ, ਚਿਹਰੇ 'ਤੇ ਖਿਝ, ਘਬਰਾਏ ਜਿਹੇ ਮੇਰੇ ਵੱਲ ਸਰਸਰੀ ਜਿਹਾ ਵੇਖਦੇ ਹੋਏ ਨੌਕਰ ਨੂੰ ਦੁਪਹਿਰ ਦੀ ਰੋਟੀ ਖਾ ਕੇ ਜਲਦੀ ਪਰਤਣ ਲਈ ਆਖਦੇ ਹੋਏ ਨੌਕਰ ਦੇ ਅੱਗੋਂ ਚੁੱਪ ਜਿਹਾ ਕਰ ਜਾਣ 'ਤੇ ਖਿਝਦੇ ਜਿਹੇ, ਹੱਫਦੇ ਜਿਹੇ ਉਹ ਮੇਰੀ ਸਤਿ ਸ਼੍ਰੀ ਅਕਾਲ ਦਾ ਜਵਾਬ। ਕੀ ਹਾਲ ਏ ਧਨੀ ਕਿਸਾਨ ਸਾਹਿਬ ਦਾ? ਉਹ ਖਾਨਦਾਨ ਵੱਲੋਂ ਚਾਚੇ ਲਈ ਰੱਖਿਆ ਹੋਇਆ ਤਕੀਆ ਕਲਾਮ ਦੁਹਰਾ ਗਿਆ ਸੀ। ਬਸ ਠੀਕ ਏ। ਉਹਨਾਂ ਦੀ ਆਵਾਜ਼ ਇੱਕਦਮ ਢਿੱਲੀ ਜਿਹੀ ਪੈ ਗਈ ਸੀ। ਐਤਕੀ ਫੇਰ ਕੋਈ ਨਵਾਂ ਤਜਰਬਾ? ਮੈਂ ਮਖੌਲ ਜਿਹੇ 'ਚ ਪੁੱਛਿਆ ਸੀ। ਓਹੋ, ਉਹ ਆਪਣੇ ਮਖਸੂਸ ਜਿਹੇ ਅੰਦਾਜ਼ 'ਚ ਸਿਰ ਮਾਰਦੇ ਜਿਹੇ ਫਿੱਕੀ ਜਿਹੀ ਹਾਸੀ ਹੱਸ ਪਏ ਸਨ। ਪਰੋਂ ਤਾਂ ਤੁਹਾਨੂੰ ਮਿਰਚਾਂ ਤੋਂ ਵਾਹਵਾ ਆਮਦਨ ਹੋ ਗਈ ਸੀ ਤੇ ਐਤਕੀ ਦੀ ਵੀ ਪੁੱਛ ਲਾਏ। ਬਰੂਹਾਂ ਲੰਘਣ ਤੋਂ ਪਹਿਲਾਂ ਹੀ ਚਾਚੀ ਨੇ ਬੜੇ ਤਨਜ਼ੀਹ ਜਿਹੇ ਲਹਿਜੇ 'ਚ ਕਿਹਾ ਸੀ। ਤੂੰ ਨਾ ਮੁੜਿਓ। ਚਾਚਾ ਜੀ ਚਾਚੀ ਨੂੰ ਘੂਰਨ ਦੇ ਅੰਦਾਜ਼ 'ਚ ਬੋਲੇ ਸਨ। ਮੁੜਾਂ ਵੀ ਕਿਉਂ? ਸਾਰੀ ਉਮਰ ਦਸੌਂਟੇ ਕੱਟੇ ਨੇ, ਭੁੱਖ ਕੱਟੀਏ। ਚਾਚੀ ਤਮਕ ਕੇ ਕੋਈ ਸੀ। ਮੈਂ ਕਿਤੇ ਕੰਜਰੀਆਂ ਨਹੀਂ ਨਚਾਈਆਂ, ਜੂਆ ਨਹੀਂ ਖੇਡਿਆ। ਇੱਦੋਂ ਤਾਂ ਕੰਜਰੀਆਂ ਹੀ। ਮੈਂ ਹੈਰਾਨ ਹੋਇਆ ਚਾਚੀ ਦੇ ਮੂੰਹ ਵੱਲ ਵੇਖਣ ਲੱਗਾ ਸੀ। ਤੂੰ ਹੁਣ ਮੈਥੋਂ ਕੀ ਕਰਵਾਉਣਾ ਚਾਹੁੰਦੀ ਏ? ਮੈਂ ਬਹੁਤ ਭੈੜਾ ਹੂੰ, ਬਹੁਤ ਨਿਕੰਮਾ ਹੂੰ। ਚਾਚਾ ਜੀ ਉੱਚੀ ਉੱਚੀ ਗੜਕਣ ਲੱਗ ਪਏ ਸਨ। ਯਕਦਮ 2 ਫੜਫੜਾਉਂਦੇ ਜਿਹੇ ਕਬੂਤਰ ਪਰਲੇ ਅਣਬਣੇ
ਕਮਰੇ 'ਚੋਂ ਉੱਡ ਬਾਹਰ ਨਿਕਲ ਗਏ ਸਨ। ਨਾਲ ਹੀ ਉਹਨਾਂ ਦੇ ਆਲਿਆਂ 'ਚੋਂ ਕਿੰਨੇ ਬੜੇ ਤੀਲੇ ਡਿੱਗ ਪਏ ਸਨ। ਇੱਕ ਪੀਲੇ ਆਨਿਆਂ ਵਾਲੀ ਕਾਲੀ ਬਿੱਲੀ ਆਹਿਸਤਾ ਦੇਣੀ ਪੌੜੀਆਂ 'ਤੇ ਚੜ੍ਹ ਗਈ ਸੀ। ਮੈਂ ਇੱਥੇ ਕੀ ਸੁੱਖ ਪਾਇਆ, ਨਾ ਕਦੀ ਚੱਜ ਦਾ ਕੱਪੜਾ ਪਾਇਆ ਹੰਢਾਇਆ, ਛਾਪ ਛੱਲਾ ਇਹਨਾਂ ਵੇਚ ਲਿਆ, ਮੱਥੇ 'ਤੇ 7 ਤਿਉੜੀਆਂ ਪਾਈ, ਅੱਖਾਂ ਤਰੇਂਦੀ ਜਿਹੀ ਘਰ ਵਾਲੇ ਵੱਲ ਖਾ ਜਾਣੀਆਂ ਨਜ਼ਰਾਂ ਨਾਲ ਵੇਖਦੀ ਹੋਈ ਚਾਚੀ ਹੁਬਕੀਆਂ ਜਿਹੀਆਂ ਭਰਨ ਲੱਗੀ ਸੀ। ਕੁਝ ਹੱਦ ਤੱਕ ਉਹ ਸੱਚੀ ਵੀ ਸੀ। ਖੇਤੀ ਚਾਚਾ ਸਾਹਿਬ ਮੁੱਢੋਂ ਹੀ ਕਰਦੇ ਆਏ ਸਨ। ਬੀਜ ਉਹ ਹਰ ਸਾਲ ਲੁਧਿਆਣੇ ਦੀ ਐਗਰੀਕਲਚਰਲ ਯੂਨੀਵਰਸਿਟੀ ਤੋਂ ਹੀ ਲਿਆਉਂਦੇ, ਪੂਰੀਆਂ ਹਦਾਇਤਾਂ ਨਾਲ ਸਬਜ਼ੀ ਬੀਜਦੇ, ਗੋਡੀਆਂ, ਪਾਣੀ, ਪੈਸਟੀਸਾਈਡ, ਇਨਸੈਕਟੀਸਾਈਡਸ ਪੂਰੀ ਮਿਹਨਤ ਕਰਦੇ। ਪਰ ਕਿਸੇ ਸਾਲ ਮਿਰਚਾਂ ਦੀਆਂ ਜੜ੍ਹਾਂ ਨੂੰ ਸਿਉਂਕ ਲੱਗ ਜਾਂਦੀ ਤੇ ਕਿਸੇ ਸਾਲ ਆਲੂਆਂ ਦੇ ਪੱਤਿਆਂ ਨੂੰ ਝੁਲਸ ਰੋਗ ਹੋ ਜਾਂਦਾ। ਕਦੇ ਹੋਈ ਹਵਾਈ ਗੋਭੀ ਟਕੇ ਟੋਕਰੀ ਹੋ ਜਾਂਦੇ। ਲਾਹੌਰ ਦਿਆਲ ਸਿੰਘ ਕਾਲਜ ਦੇ ਪੜ੍ਹੇ ਹੋਏ, ਲਾ ਕੀਤਾ ਹੋਇਆ ਹੁਣ ਕਮਲੇ ਜਿਹੇ ਹੋਏ ਪਏ, ਸਾਰੇ ਟੱਬਰ ਤੋਂ ਝਿੜਕਾਂ ਜਿਹੀਆਂ ਖਾਂਦੇ ਹੋਏ, ਕਿੰਨੀ ਜੱਦੋ ਜਹਿਦ, ਕਿੰਨਾ ਸਿਰੜ, ਤੇ ਹੁਣ ਬੁਢੇਪੇ 'ਚ। ਸੱਚ ਮੈਂ ਤਾਂ ਚਾਹ ਪਾਣੀ ਹੀ ਨਹੀਂ ਪੁੱਛਿਆ ਤੈਨੂੰ। ਚਾਚੀ ਨੂੰ ਇੱਕਦਮ ਕੁਝ ਯਾਦ ਆ ਗਿਆ ਸੀ, ਪਰ ਮੇਰਾ ਦਿਲ ਭੈੜਾ ਜਿਹਾ ਹੋ ਗਿਆ ਸੀ। ਚਾਚਾ ਜੀ ਉੱਠ ਕੇ ਆਪਣੇ ਕਮਰੇ 'ਚ ਚਲੇ ਗਏ ਸਨ, ਪਰ ਮੈਨੂੰ ਚਾਚੀ ਕੋਲੋਂ ਇੱਕਦਮ ਉੱਠਣਾ ਠੀਕ ਨਾ ਜਾਪਿਆ। ਜਦੋਂ ਕਿ ਚਾਚੀ ਸ਼ਿਕਾਇਤਾਂ ਦੀ ਇੱਕ ਲੰਮੀ ਲੜੀ ਛੋ ਕੇ ਬੈਠ ਗਈ ਸੀ। ਭਾਵੇਂ ਇਹ ਵਿਖਿਆਨ ਮੈਂ 32 ਵਾਰੀ ਸੁਣ ਚੁੱਕਿਆ ਸੀ, ਫਿਰ ਅਸੱਭਿਅਕ ਵੀ ਨਹੀਂ ਸੀ ਅਖਵਾਉਣਾ ਚਾਹੁੰਦਾ। ਵੇਖ ਲਾਏ ਕਿਵੇਂ ਗੱਲ ਪਏ ਪੈਂਦੇ ਨੇ, ਝੱਟ ਅਗਲੇ ਦੀ ਬੇਇੱਜ਼ਤੀ ਕਰ ਦਿੰਦੇ ਨੇ। ਮੈਂ ਕੀ ਗਵਾਇਆ ਏ ਇਹਨਾਂ ਦਾ? ਚਾਚੀ ਰੋਣ ਹਾਕੀ ਹੋ ਰਹੀ ਸੀ। ਮੈਂ ਕੀ ਸੁੱਖ ਪਾਇਆ ਏ ਇਹਨਾਂ ਦੇ ਘਰ? ਕਦੇ ਨਹੀਂ ਪੁੱਛਿਆ ਪਈ ਤੈਨੂੰ ਵੀ ਕੋਈ ਲੋੜ ਏ? ਸੱਚੀ ਐਨੀ ਸੋਹਣੀ ਮੇਰੀ ਸ਼ਿੰਗਾਰ ਪੱਟੀ ਮੇਰੇ ਭਾਈਆਂ ਜੀ ਨੇ ਕੁਜਰਾਂ ਵਾਲਿਓਂ ਬਣਵਾ ਕੇ, ਜੜਾਊ ਝੁਮਕੇ, 4-4 ਚੂੜੀਆਂ, ਬਸ ਇਹਨਾਂ ਦੀਆਂ ਸਕੀਮਾਂ ਵਿੱਚ ਹੀ ਕੋਈ ਇੱਕ ਵਾਰੀ ਘਾਟਾ ਪਿਆ ਏ? ਇਹਨਾਂ ਤੂੰ ਸਮਝਾ ਪਈ ਸਬਜ਼ੀਆਂ ਨਾ ਬੀਜਣ, ਇੰਨੇ ਖਰਚੇ, ਇੰਨੀਆਂ ਮਜ਼ਦੂਰੀਆਂ। ਮੈਨੂੰ ਇਹ ਸਭ ਕੁਝ ਠਰਮੇ ਨਾਲ ਸੁਣਨਾ ਪੈ ਰਿਹਾ ਸੀ। ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਏ, ਪਰ ਇਹ ਦੁਹਰਾਇਆ ਹੋਇਆ ਇਤਿਹਾਸ ਮੁੜ ਖੌਰੇ ਕਿੰਨੀ ਵੇਰ ਦੁਹਰਾਇਆ ਜਾ ਰਿਹਾ ਸੀ। ਅਚਾਨਕ ਮੇਰਾ ਧਿਆਨ ਰਸੋਈ ਦੇ ਬਾਹਰਲੇ ਦਰਵਾਜ਼ੇ 'ਤੇ ਜਾ ਪਿਆ ਸੀ। ਦਰਵਾਜ਼ੇ ਦੇ ਬਾਹਰ ਵਾਰ ਲੱਗੀ ਪਲਾਈਵੁੱਡ ਦੀ ਲੱਕੜੀ ਲੀਰੋ ਲੀਰ ਹੋ ਕੇ ਪਲਮੀ ਪਈ ਸੀ। ਚਾਚੀ ਹੁਣ ਤੱਕ ਕਾਫੀ ਹਫ ਚੁੱਕੀ ਸੀ, ਰੋ ਧੋ ਚੁੱਕੀ ਸੀ। ਮੈਂ ਉੱਠ ਕੇ ਚਾਚਾ ਜੀ ਦੇ ਕਮਰੇ ਵੱਲ ਹੋ ਲਿਆ ਸੀ। ਚਾਚਾ ਜੀ ਇੱਕ ਪੁਰਾਣਾ ਜਿਹਾ ਰਜਿਸਟਰ ਅੱਖਾਂ ਅੱਗੇ ਕੀਤੀ, ਸ਼ਾਇਦ ਕੋਈ ਹਿਸਾਬ ਦੇਖ ਰਹੇ ਸਨ, ਰਕਮਾਂ ਦਾ ਜੋੜ ਤੋੜ ਕਰ ਰਹੇ ਸਨ, ਆਪਣੀ ਐਨਕ ਦੇ ਜਾਵੀਏ ਨੂੰ ਬਾਰ-ਬਾਰ ਠੀਕ ਕਰ ਰਹੇ ਸਨ। 1-2 ਵਾਰ ਉਹਨਾਂ ਐਨਕ ਨੂੰ ਲਾ ਕੇ ਪੂੰਝਿਆ ਵੀ ਸੀ, ਫਿਰ ਲਾ ਲਈ ਸੀ। ਕੁਝ ਖਿਜੇ ਜਿਹੇ ਲੱਗਦੇ ਸਨ। ਅਸਲ 'ਚ ਮੇਰੀ ਨਜ਼ਰ ਕੁਝ ਕਮਜ਼ੋਰ ਹੋ ਗਈ ਏ, ਬਸ ਕੰਮਾਂ 'ਚ ਡਾਕਟਰ ਕੋਲ ਜਾਣ ਹੀ ਨਹੀਂ ਹੁੰਦਾ। ਪਰ ਚਾਚਾ ਜੀ ਤੂੰ ਨਹੀਂ ਸਮਝਦਾ, ਚਾਚੀ ਤੇਰੀ ਵੀ ਬਿਮਾਰ ਹੀ ਰਹਿੰਦੀ ਏ, ਗੁਰਦੇ 'ਚ ਪੱਥਰੀ ਏ, ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾਉਣਾ ਚਾਹੀਦਾ ਏ। ਅਸਲ 'ਚ ਉਹ ਵੀ ਸੱਚੀ ਏ। ਚਲੋ ਖੈਰ। ਅਚਾਨਕ ਦਰਵਾਜ਼ਾ ਖੜਕਿਆ ਸੀ। ਚਾਚਾ ਜੀ ਦਾ ਛੋਟਾ ਲੜਕਾ ਸੁਖਬੀਰ ਸੀ। ਬੜੀ ਕਾਹਲ 'ਚ ਸੀ। ਸ਼ਾਇਦ ਉਹਨੇ ਕੁਝ ਕਿਹਾ ਸੀ, ਕਾਫੀ ਹੌਲੀ-ਹੌਲੀ, ਪਰ ਚਾਚਾ ਜੀ ਦੇ ਸ਼ਸ਼ੋ ਪੰਜ 'ਚ ਪੈਣ 'ਤੇ ਉਹ ਭੜਕ ਪਿਆ ਸੀ। ਆਖੇ ਪਹਿਲਾਂ ਮੈਨੂੰ ਪੜ੍ਹਾਇਆ ਨਹੀਂ, ਹੁਣ ਕੰਮ ਲਈ ਪੈਸਾ ਨਹੀਂ ਪਈ ਦਿੰਦੇ, ਅੱਜ ਠੇਕਾ ਮਿਲਦਾ ਏ, ਐਸ ਈ ਦੇਣ ਨੂੰ ਤਿਆਰ ਏ। ਹੁਣ ਉਹ ਆਪਣੇ ਪਿਓ ਦੀ ਕੋਈ ਦਲੀਲ ਸੁਣਨ ਲਈ ਤਿਆਰ ਨਹੀਂ ਸੀ। ਰਸੋਈ 'ਚ ਜਾ ਕੇ ਮਾਂ ਨਾਲ ਕੋਈ ਸਲਾਹ ਕਰਨ ਲੱਗ ਪਿਆ ਸੀ। ਮਾਂ ਪੁੱਤਰ ਦੀ ਬੁੜਬੁੜ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਚਾਚਾ ਜੀ ਕਿਸੇ ਡੂੰਘੀ ਸੋਚ 'ਚ ਗੁੜੰਦ ਗਏ ਸਨ। ਮੈਨੂੰ ਸਮਝ ਨਹੀਂ ਆਉਂਦੀ ਇਸ ਟੱਬਰ ਦਾ ਮੈਂ ਕੀ ਗਵਾਇਆ ਏ। ਸਾਰਿਆਂ ਨੇ ਮੇਰੇ ਖਿਲਾਫ ਮੁਹਾਜ਼ ਖੋਰ ਰੱਖਿਆ ਏ, ਤੋਪ ਬੀੜ ਰੱਖੀ ਏ। ਆ ਤੇਰੀ ਚਾਚੀ ਨੇ ਮੁੰਡੇ ਵੀ ਨਾਲ ਲਾ ਲਏ ਨੇ, ਹਰ ਗੱਲ ਦੀ ਮੁਖਾਲਫਤ। ਜੇ ਪਰੋਂ ਮਿਰਚਾਂ ਚੰਗੀਆਂ ਸਨ ਤਾਂ ਸਭ ਠੀਕ ਸੀ। ਮੈਂ ਸਿਆਣਾ ਵੀ ਸਾਂ ਤੇ ਚੰਗਾ ਵੀ ਸਾਂ। ਆ ਸੁਖਬੀਰ ਦੀ ਸੁਣ ਲੈ। ਆਖੇ ਹੁਣੇ ਕੱਢੋ 10,000 ਰੁਪਏ, ਇਹਦੀ ਖਾਤਰ ਮੈਂ ਕਰਜ਼ਾ ਲੈਣ ਲਈ ਸੋਚ ਰਿਹਾ ਭਾਈ, ਭੋਏ ਗਹਿਣੇ ਰੱਖਣ ਲਈ ਸੋਚ ਰਿਹਾ। ਹਰ ਗੱਲ ਲਈ ਟਾਈਮ ਚਾਹੀਦਾ ਏ, ਭੱਜ ਦੌੜ ਕਰਨੀ ਪੈਂਦੀ ਏ। ਚਾਚਾ ਜੀ ਦੇ ਚਿਹਰੇ 'ਤੇ ਉਦਾਸੀ ਭਰੀ ਖਿੱਝ ਸੀ, ਜਿਹੜੀ ਕਿ ਹੁਣ ਉਹਨਾਂ ਦੇ ਚਿਹਰੇ ਦਾ ਭਾਗ ਹੀ ਬਣ ਚੁੱਕੀ ਸੀ। ਆਹ ਵੇਖ ਮੇਰੀ ਜੁੱਤੀ, ਆਹ ਵੇਖ ਮੇਰਾ ਪਜਾਮਾ। ਮੈਂ ਕਿਹਨੂੰ ਆਖਾਂ, ਕਿਹਦੇ ਸਿਰ ਅਹਿਸਾਨ ਚਾੜਾਂ? ਟਰੈਕਟਰ ਦੀ ਕਿਸ਼ਤ ਆਈ ਹੋਈ ਏ ਉੱਤੋਂ। ਮੈਂ ਕਹਿਣਾ ਕਿਸ ਤਰ੍ਹਾਂ ਤਰ ਜਾਏ? ਬੰਦੇ ਦੀ ਇੱਜ਼ਤ ਵੀ ਕੋਈ ਚੀਜ਼ ਹੁੰਦੀ ਏ। ਸੰਦਾਂ ਦੀ ਕਿਸ਼ਤ ਹਾਲੀ ਕੱਲ੍ਹ ਧਾਰ ਕੇ ਆਇਆ। ਇਹਨਾਂ ਨੂੰ ਕੀ ਪਤਾ ਹੋਵੇ
मैं किन्नी मुसीबत 'ਚ ਆਂ। ਚਾਚਾ ਜੀ ਦੀ ਆਵਾਜ਼ 'ਚ ਅੱਤ ਦੀ ਮਾਯੂਸੀ ਸੀ। ਸਿਰਫ ਫਰਕ ਇਹ ਸੀ ਕਿ ਉਹ ਰੋ ਨਹੀਂ ਸਨ ਰਹੇ, ਜਦੋਂ ਕਿ ਚਾਚੀ ਹਾਲੇ ਵੀ। ਪਰਸੋਂ ਦੀ ਮੋਟਰ ਸੜੀ ਪਈ ਏ, ਕਹਿਰਾਂ ਦੀ ਗਰਮੀ ਏ, ਸਬਜ਼ੀਆਂ ਸੁੱਕ ਰਹੀਆਂ ਨੇ। ਆ ਸੁਖਬੀਰ ਨੇ ਮੋਟਰ ਮਿਸਤਰੀ ਤੱਕ ਨਹੀਂ ਪਹੁੰਚਾਈ। ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਕੋਈ ਦਿਲਚਸਪੀ ਨਹੀਂ। ਇਹਨਾਂ ਗੱਲਾਂ ਦਾ ਕੋਈ ਵੀ ਜਵਾਬ ਨਹੀਂ ਸੀ, ਸਿਵਾਏ ਉਹਨਾਂ ਦੇ ਉਦਾਸ ਤੇ ਮਾਯੂਸ ਚਿਹਰੇ ਵੱਲ ਵੇਖਣ ਦੇ। ਫਿਰ ਇੱਕਦਮ ਬਿਜਲੀ ਦੇ ਕਰੰਟ ਵਾਂਗ ਕੋਈ ਖਿਆਲ ਮੇਰੇ ਦਿਮਾਗ 'ਚ ਘੁੰਮ ਗਿਆ ਸੀ। ਚਾਚਾ ਜੀ ਦੀ ਉਮਰ। ਚਾਚਾ ਜੀ, ਤੁਸੀਂ ਕਿੰਨੇ ਸਾਲਾਂ ਦੇ ਹੋ? ਉਹ ਅਚਾਨਕ ਪੁੱਛ ਗਿਆ ਸੀ। 96 ਲੱਗ ਗਿਆ ਏ ਜੁਲਾਈ ਤੋਂ। ਇੰਜ ਜਾਪਿਆ ਜਿਵੇਂ ਇਹ ਇੱਕ ਵੱਡੇ ਸ਼ਹਿਰਾਂ 'ਚ ਪਾਣੀ ਦੀ ਤਲਾਸ਼ 'ਚ ਲੱਗੇ ਹੋਏ ਹੋਣ, ਬੌਰੇ ਹੋ ਰਹੇ ਹੋਣ। ਪਰ ਸ਼ਹਿਰਾਂ ਤੇ ਪਾਣੀ ਦਾ ਜਿਵੇਂ ਮੁੱਢ ਦਾ ਵੈਰ ਏ। ਮੇਰਾ ਦਿਲ ਕੀਤਾ ਕਿ ਪੁੱਛਾਂ ਕਿ ਤੁਹਾਡੀਆਂ ਉਹਨਾਂ ਸਕੀਮਾਂ ਦਾ ਕੀ ਬਣਿਆ ਜਿਹੜੀਆਂ ਹਾਲੀ ਪਾਰ ਪਰਾਰ ਤੱਕ ਤੁਸੀਂ ਦੁਹਰਾਉਂਦੇ ਰਹੇ ਹੋ। ਪਰ ਇੰਜ ਅਸੱਭਿਅਕ ਜਿਹਾ ਲੱਗਿਆ। ਇਹ ਤਾਂ ਇੰਜ ਸੀ ਤੁਸਾਂ ਹੋਰ ਕਿੰਨੇ ਕੁ ਵਰੇ ਜਿਉਣਾ ਏ, ਕਿਉਂ ਵਕਤਾਂ ਨੂੰ ਫੜੇ ਹੋਏ ਹੋ। ਪਰ ਇੰਜ ਕਹਿਣਾ ਸੌਖਾ ਨਹੀਂ ਸੀ। ਇੱਕ ਬੋਝਲ ਜਿਹੀ ਚੁੱਪ ਚਾਚੇ ਭਤੀਜੇ ਵਿਚਕਾਰ ਲਟਕ ਰਹੀ ਸੀ। ਕੁਝ ਸੋਚਦੇ ਜਿਹੇ ਚਾਚਾ ਜੀ ਐਵੇਂ ਹੀ ਵੀਕਲੀ ਦੀ ਵਰਕ ਗਰਦਾਨੀ ਕਰਨ ਲੱਗੇ ਸਨ ਤੇ ਉਹ ਉਹੀ 8 ਸਾਲ ਪੁਰਾਣੇ ਘਸਮੈਲੇ ਜਿਹੇ ਪਰਦਿਆਂ ਵੱਲ ਵੇਖ ਰਿਹਾ ਸੀ, ਜਿਹੜਾ ਹੁਣ ਲੀਰਾਂ ਜਿਹੀਆਂ ਲੱਗ ਰਹੀ ਸਨ। ਮਨਜੀਤ, ਰੋਟੀ ਖਾ ਲਓ। ਆਪਣੇ ਚਾਚਾ ਜੀ ਨੂੰ ਵੀ ਆਖ। ਰਸੋਈ 'ਚੋਂ ਚਾਚੀ ਦੀ ਆਵਾਜ਼ ਆਈ ਸੀ। ਚਲੋ ਚਾਚਾ ਜੀ, ਕਹਿੰਦਾ ਮੈਂ ਕਿਚਨ ਵੱਲ ਹੋ ਗਿਆ ਸਾਂ। ਮਗਰੇ ਚਾਚਾ ਜੀ ਵੀ ਆ ਗਏ ਸਨ। ਰਸੋਈ 'ਚ ਡੱਠੇ ਤਖਤ ਪੋਸ਼ 'ਤੇ ਬੈਠਦੇ ਹੋਏ ਉਹ ਕੋਈ ਹੋਰ ਗੱਲ ਕਰਨ ਦੇ ਮੂਡ 'ਚ ਨਹੀਂ ਸਨ। ਚਾਚੀ ਦੇ ਹੱਥਾਂ ਦੇ ਉਹੀ ਫੁੱਲੇ ਹੋਏ ਛੋਟੇ ਛੋਟੇ ਫੁਲਕੇ ਤੇ ਮਸਾਂ ਕੌਲੀ ਦਾ ਥੱਲਾ ਢੱਕਦੀ ਹੋਈ ਸੁਆਦੀ ਜਿਹੀ ਬਣੀ ਹੋਈ ਸਬਜ਼ੀ। ਚਾਚੀ ਹਾਲੇ ਵੀ ਨਾਰਾਜ਼ ਲੱਗ ਰਹੀ ਸੀ। ਚਾਚਾ ਜੀ ਬਚਾਓ 'ਚ ਹੀ ਬਚਾਓ ਵਾਲੀ ਸਥਿਤੀ ਕਾਇਮ ਰੱਖਦੇ ਹੋਏ ਹੌਲੀ ਹੌਲੀ ਗਰਾਹੀ ਚਿੱਥਦੇ ਹੋਏ ਐਵੇਂ ਖਾਲੀ ਜਿਹੀਆਂ ਨਜ਼ਰਾਂ ਨਾਲ ਦਹੀਂ ਵਾਲੀ ਕੌਲੀ ਵੱਲ ਝਾਕੀ ਜਾ ਰਹੇ ਸਨ। ਕਰਮਵੀਰ ਦਾ ਕੀ ਹਾਲ ਏ? ਮੈਂ ਸਿਰਫ ਗੱਲ ਕਰਨ ਖਾਤਰ ਉਹਨਾਂ ਦੇ ਵੱਡੇ ਮੁੰਡੇ ਬਾਰੇ ਪੁੱਛਿਆ ਸੀ। ਠੀਕ ਏ, ਚਾਚਾ ਜੀ ਐਵੇਂ ਬੇਵਸਤਗੀ ਜਿਹੀ ਨਾਲ ਕਹਿ ਰਹੇ ਸਨ। ਫਿਰ ਉਹ ਆਪਣੀ ਘੜੀ ਵੇਖਣ ਲੱਗ ਪਏ ਸਨ। ਲਵੇਰਾ ਕੀ ਜੇ? ਇੱਕ ਗਾਂ ਤੇ ਇੱਕ ਮੱਝ। ਅਸਲ 'ਚ ਲਵੇਰਾ ਰੱਖਣਾ ਬਹੁਤ ਮਹਿੰਗਾ ਪੈਂਦਾ ਏ। ਫੀਡ ਤਾਂ ਬਹੁਤੀ ਮਹਿੰਗੀ ਹੋ ਗਈ ਏ, ਖਰਚਾ ਵੀ ਪੂਰਾ ਨਹੀਂ ਹੁੰਦਾ। ਐਤਕੀ ਕਣਕ ਕਿੰਨੀ ਕੁ ਹੋਈ ਜੇ? ਖੈਰ ਫਸਲ ਤਾਂ ਮੇਰੀ ਕਦੇ ਵੀ ਮਾੜੀ ਨਹੀਂ ਹੋਈ, ਪਰ ਜਿਨਸ ਦਾ ਭਾਅ ਹੀ ਪੂਰਾ ਨਹੀਂ ਮਿਲਦਾ। ਸਭ ਹਰਾਮਜ਼ਾਦੇ ਨੇ, ਇੱਕਦਮ ਬੇਈਮਾਨ ਤੇ ਕਰਪਟ। ਆਏ ਸਾਲ ਖਾਦ ਦੀਆਂ ਕੀਮਤਾਂ, ਡੀਜ਼ਲ ਦੀਆਂ ਕੀਮਤਾਂ ਵਧਾ ਦਿੰਦੇ ਨੇ। 50 ਵਾਲੀ ਕੇਨੀ 2 ਸਾਲ 'ਚ ਹੀ 200 ਦੀ, ਤੇ ਜਿਨਸ ਜੱਟ ਦੇ ਘਰੋਂ ਨਿਕਲੀ ਨਹੀਂ ਤੇ ਡਿਊਟੀ ਸਵਾਈ ਹੋਈ ਨਹੀਂ। ਉਹ ਥੋੜ੍ਹੇ ਜੋਸ਼ 'ਚ ਆ ਗਏ ਸਨ। ਕਿਸਾਨ ਭੁੱਖਾ ਮਰ ਰਿਹਾ ਏ, ਕਰਜ਼ਾਈ ਹੋ ਰਿਹਾ। ਇਹ ਸ਼ਹਿਰੀ ਸਾਡੇ ਲਈ ਕਾਨੂੰਨ ਘੜਦੇ ਨੇ, ਬੈਠੇ ਹੀ ਜ਼ਰਬਾਂ ਦੇਈ ਜਾਂਦੇ ਨੇ। ਬਿਜਲੀ ਦਾ ਬਿੱਲ ਪੂਰਾ, ਬਿਜਲੀ 4 ਘੰਟੇ 6 ਘੰਟੇ ਰਾਤ ਸਾਰੀ ਮੈਂ ਆਪ ਪਹਿਰਾ ਦੇਣਾ। ਕੋਈ ਵੀ ਕੰਮ ਆ ਰਾਤ ਨੂੰ ਪਾਣੀ ਨਹੀਂ ਲਾਉਂਦਾ। ਕਿਸਾਨ ਤਬਾਹੀ ਵੱਲ ਜਾ ਰਿਹਾ ਏ, ਬਰਬਾਦ ਹੋ ਰਿਹਾ ਏ, ਕਰਜ਼ਾਈ ਹੋ ਰਿਹਾ ਏ। ਹੁਣ ਨਹੀਂ ਇਹ ਮੁਲਕ ਬਚਦਾ। ਕਿਸਾਨ ਮਾਰੂ ਨੀਤੀਆਂ ਸਭ ਇੱਕੋ ਥਾਂ ਖਿਲਾਰ ਕੇ। ਉਹ ਬੋਲਦੇ ਬੋਲਦੇ ਹਫ ਗਏ ਸਨ। ਮੱਥੇ ਤੋਂ ਮੁੜਕੇ ਦੇ ਦੁਬਕੇ ਚੋਣ ਲੱਗ ਗਏ ਸਨ। ਸਿਰ ਉਹਨਾਂ ਪਛਾਣ ਨੂੰ ਸੁੱਟ ਲਿਆ ਸੀ। ਅੱਖਾਂ ਮੀਟ ਲਈਆਂ ਸਨ, ਜਿਵੇਂ ਬਹੁਤ ਹੀ ਥੱਕ ਗਏ ਹੋਣ। ਤੇ ਉਹਨੂੰ ਟਾਲਸਟਾਏ ਦੀ ਕਹਾਣੀ ਕਿੰਨੀ ਭੋਏ ਲੋੜੀਏ ਪਤਾ ਨਹੀਂ ਕਿਉਂ ਯਾਦ ਆ ਰਹੀ ਸੀ। ਯਕਦਮ ਮੈਨੂੰ ਕੁਝ ਯਾਦ ਆ ਗਿਆ ਸੀ। ਮੈਂ ਤਰਬਕ ਕੇ ਚਾਚੇ ਵੱਲ ਵੇਖਿਆ ਸੀ। ਕੁਝ ਸਾਲ ਪਹਿਲਾਂ ਖੇਤੀ 'ਚ ਘਾਟੇ ਪੈਣ ਕਰਕੇ ਉਹ ਕੁਝ ਥਿੜਕ ਜੇ ਗਏ ਸਨ। ਹਰੇਕ ਨੂੰ ਬਾਹੋਂ ਫੜ ਕੇ ਆਪਣੀ ਕਹਾਣੀ ਸੁਣਾਉਣ ਲੱਗਦੇ। ਛੋਟੇ ਵੱਡੇ ਸਭ ਨੂੰ ਮੱਥਾ ਟੇਕਦੇ ਫਿਰਦੇ। ਮੈਂ ਉੱਠਣ ਹੀ ਲੱਗਾ ਸੀ ਕਿ ਉਹ ਫੇਰ ਬੋਲ ਪਏ, ਪਰ ਐਤਕੀ ਕਾਫੀ ਮੱਧਮ ਜਿਹੀ ਆਵਾਜ਼, ਸਰਗੋਸ਼ੀ ਜਿਹੀ 'ਚ। ਇਹ ਹੁਣ ਬਹੁਤਾ ਚਿਰ ਨਹੀਂ ਚੱਲ ਸਕਦਾ। ਇਹ ਆਤੇ, ਇਹ ਹੁਣ ਖਤਮ ਹੋ ਕੇ ਰਹੇਗਾ। ਸੱਚ, ਤੁਹਾਡੀ ਉਹ ਲਾਇਬ੍ਰੇਰੀ। ਅਚਾਨਕ ਮੈਂ ਵਿਸ਼ਾ ਬਦਲ ਗਿਆ ਸੀ ਤੇ ਮੈਨੂੰ ਯਾਦ ਆ ਰਹੀਆਂ ਸਨ ਉਹ ਗੱਲਾਂ ਜਦੋਂ ਬੜੀ ਹੁੱਬ ਨਾਲ ਉਹ ਆਖਿਆ ਕਰਦੇ ਸਨ ਉਹਨਾਂ ਦੀ ਇੱਕ ਨਵੇਂ ਡਿਜ਼ਾਈਨ ਦੀ ਕੋਠੀ ਹੋਵੇਗੀ, ਜਿਹਦੇ ਹਰ ਕਮਰੇ 'ਚ ਇੱਕ ਗੁਸਲਖਾਨਾ ਹੋਵੇਗਾ। ਚੰਡੀਗੜ੍ਹ ਦੀਆਂ ਕੋਠੀਆਂ ਵਾਂਗ ਉਹਨਾਂ ਦਾ ਆਪਣਾ ਇੱਕ ਸਟੱਡੀ ਰੂਮ ਹੋਵੇਗਾ, ਜਿਸ ਦੀਆਂ ਸ਼ੈਲਫਾਂ ਪ੍ਰਸਿੱਧ ਸਾਹਿਤਕ ਸ਼ਾਹਕਾਰਾਂ ਨਾਲ ਭਰੀਆਂ ਹੋਈਆਂ ਹੋਣਗੀਆਂ। ਚੰਗੀਆਂ ਕਿਤਾਬਾਂ ਆਦਮੀ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ। ਜਿਵੇਂ ਕਿ ਮੇਰਾ ਖਿਆਲ ਸੀ ਕਿ ਚਾਚਾ ਜੀ ਹੁਣ ਫਿਰ ਅੱਗੇ ਵਾਂਗ ਬਣਾਏ ਜਾਣ ਵਾਲੀ ਲਾਇਬ੍ਰੇਰੀ ਬਾਰੇ ਇੱਕ ਜੋਸ਼ੋ ਖਰੋਸ਼ ਭਰਿਆ ਲੈਕਚਰ ਝਾੜਨਗੇ। ਪਰ ਸਿਰਫ ਇੰਨੀ ਗੱਲ ਕਹਿ ਕੇ ਹੀ ਉਹ ਚੁੱਪ ਹੋ ਗਈ ਸਨ, ਜਿਵੇਂ ਕੋਈ ਕਹਿ ਰਿਹਾ ਹੋਵੇ ਦੁੱਧ ਸਿਹਤ ਲਈ ਬਹੁਤ ਮੁਫੀਦ ਹੁੰਦਾ ਏ। ਪਰ ਜੇ
ਅੱਜ ਮੈਨੂੰ ਪਹਿਲੀ ਵਾਰ ਆਪਣੇ ਚਾਚੇ ਤੇ ਤਰਸ ਆਇਆ ਸੀ, ਇੱਕ ਲਾਡਲਾ ਜਿਹਾ ਤਰਸ। ਬੁੱਢੇ ਹੋ ਰਹੇ ਬੰਦੇ ਦੀਆਂ ਕਦੇ ਵੀ ਨਾ ਪੂਰੀਆਂ ਹੋਣ ਵਾਲੀਆਂ ਆਸਾਂ। ਤੁਸੀਂ ਜ਼ਮੀਨ ਵੇਚ ਕਿਉਂ ਨਹੀਂ ਦਿੰਦੇ? ਯਕਦਮ ਇੱਕ ਬੇਹੂਦਾ ਜਿਹਾ ਸਵਾਲ ਮੇਰੇ ਮੂੰਹੋਂ ਨਿਕਲ ਗਿਆ ਸੀ। ਹਾਂ ਠੀਕ ਏ, ਪਰ ਉਹ ਕੁਝ ਤਿਲਮਿਲਾ ਜੇ ਗਏ ਸਨ। ਪਾਪਾ ਜੀ ਮੁੜ ਕੇ ਸੋਚਿਆ ਜੇ। ਐਨ ਇਸੇ ਵੇਲੇ ਸੁਖਬੀਰ ਅੰਦਰੋਂ ਨਿਕਲ ਸਿਰ ਤੇ ਆਣ ਖੜਾ ਸੀ। ਪਿਓ ਦੇ ਕੋਈ ਵੀ ਜਵਾਬ ਨਾ ਦੇਣ ਤੇ ਉਹਨੇ ਚੈਲੰਜ ਵਾਂਗ ਆਖਿਆ ਸੀ ਕਿ ਉਹਨੂੰ ਇਸ ਭੋਏ ਨਾਲ ਕੋਈ ਮੋਹ ਨਹੀਂ। ਉਹ ਤਾਂ ਸਗੋਂ ਆਪਣੇ ਹਿੱਸੇ ਦੀ ਭੋਏ ਵੇਚ ਕੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਏ। ਫਿਰ ਤੇਜ਼ੀ ਨਾਲ ਉਹ ਆਪਣੇ ਹੀਰੋ ਹੋਂਡਾ ਤੇ ਚੜ੍ਹ ਪੱਕੀਏ ਪੈ ਗਿਆ ਸੀ। ਅਜੀਬ ਜਿਹਾ ਸਨਾਟਾ ਛਾ ਗਿਆ ਸੀ। ਇੱਕ ਹੌਂਕਾ ਨਿਕਲ ਕੇ ਹਵਾ 'ਚ ਰਲ ਗਿਆ ਸੀ। ਚਾਚਾ ਜੀ ਡੂੰਘੀਆਂ ਸੋਚਾਂ 'ਚ ਪੈ ਗਏ ਸਨ, ਪਰ ਉਹਦੀ ਨਜ਼ਰ ਘਰ ਮੂਹਰੇ ਲਾਉਣ ਵਾਲੀ ਥਾਂ 'ਤੇ ਰੱਖੇ ਪਰਾਲੀ ਦੇ ਵੱਡੇ ਸਾਰੇ ਢੇਰ 'ਤੇ ਅੜ ਕੇ ਰਹਿ ਗਈ ਸੀ। ਇੱਕ ਮੋਟਾ ਬੜਾ ਚੂਹਾ ਨਿਕਲ ਕੇ ਸਾਹਮਣੇ ਵਾੜ ਛੁਪ ਗਿਆ ਸੀ। ਇਹ ਉਹੀ ਲਾਉਣ ਸੀ ਜਿਸ 'ਚ ਮਖਮਲ ਵਰਗਾ ਜਾਪਾਨੀ ਘਾਹ ਲਾਇਆ ਜਾਣਾ ਸੀ, ਜਿਸ ਦੇ ਕਿਨਾਰਿਆਂ 'ਤੇ ਚੰਡੀਗੜ੍ਹ ਦੇ ਰੋਜ਼ ਗਾਰਡਨ ਤੋਂ ਲਿਆ ਕੇ ਗੁਲਾਬ ਦੀਆਂ ਕਲਮਾਂ ਲਾਈਆਂ ਜਾਣੀਆਂ ਸਨ। ਕੀ ਇਹ ਸਭ ਸੁਪਨਾ ਹੀ ਸੀ? ਚਾਚਾ ਜੀ ਨੂੰ ਕਹਿਣ ਦੀ ਬਜਾਏ ਮੈਂ ਆਪਣੇ ਆਪ 'ਤੇ ਸਵਾਲ ਕੀਤਾ ਸੀ। 3:15 ਹੋ ਗਏ, ਆਇਆ ਨਹੀਂ ਪਾਲਾ। ਹੁਣ ਉਹ ਕਮਰੇ 'ਚੋਂ ਹੀ ਉੱਚੀ ਦੇਣੀ ਚਾਚੀ ਨੂੰ ਚਾਹ ਬਣਾਉਣ ਲਈ ਕਹਿ ਰਹੇ ਸਨ। ਹਰਾਮਜ਼ਾਦੇ ਨੇ ਇਹ ਲੋਕ, ਵਕਤ ਸਿਰ ਆਉਣਾ ਹੀ ਨਹੀਂ। ਪੂਰੇ 3-3.5 ਘੰਟੇ ਛੁੱਟੀ, 8 ਘੰਟੇ ਦੀ ਬਜਾਏ ਮਸਾਂ 6.5 ਘੰਟੇ ਕੰਮ। ਖਿੱਚਦੇ ਜਿਹੇ ਉਹ ਫਿਰ ਆਪਣੀ ਘੜੀ ਵੱਲ ਵੇਖਣ ਲੱਗੇ ਸਨ। ਲਓ ਕਰ ਲਓ ਵਾਹੀਆਂ। ਬਿਜਲੀ ਚਲੀ ਜਾਣ 'ਤੇ ਤਨਜ਼ੀਆ ਜੇ ਲਹਿਜੇ 'ਚ ਉਹਨਾਂ ਕਿਹਾ ਸੀ। ਗਰਮੀ ਬਹੁਤ ਏ ਇੱਥੇ ਤਾਂ। ਮੇਜ਼ 'ਤੇ ਪਈ ਹੱਥ ਪੱਖੀ ਚੁੱਕਦਿਆਂ ਮੈਂ ਕਿਹਾ ਸੀ, ਕਈ ਵੇਰ ਸੋਚਦਾ ਹਾਂ ਭਈ ਮਨਾ ਛੱਡ ਇਹ ਵਾਹੀਆਂ ਫਾਹੀਆਂ ਤੇ ਚੱਲ ਪਹਾੜ 'ਤੇ। ਕਹਿੰਦੇ ਹੋਏ ਉਹ ਚੁੱਪ ਹੋ ਗਏ ਸਨ ਤੇ ਕੁਝ ਉਦਾਸ ਵੀ। ਮੇਰਾ ਦਿਲ ਕੰਬ ਜੇ ਗਿਆ ਸੀ ਕਿ ਉਹਨਾਂ ਦੀ ਇਹ ਆਸ ਵੀ ਪੂਰੀ ਨਹੀਂ ਸੀ ਹੋਣੀ। ਹੁਣ ਚਾਚਾ ਜੀ ਨੂੰ ਜਿਵੇਂ ਕੋਈ ਅਚਵੀ ਲੱਗੀ ਗਈ ਸੀ। ਇੱਕਦਮ ਉਹ ਘਰੋਂ ਅੱਗੋਂ ਲੰਘਦੀ ਪੱਕੀ ਸੜਕ 'ਤੇ ਜਾ ਖਲੋਤੇ ਸਨ, ਪਿੰਡ ਵੱਲੋਂ ਆਉਂਦੇ ਮਜ਼ਦੂਰਾਂ ਤੇ ਕਾਮਿਆਂ ਨੂੰ ਵੇਖਣ ਲਈ। ਅਚਾਨਕ ਉਹਨਾਂ ਦਾ ਧਿਆਨ ਸਾਹਮਣੇ ਅਣਬਣੇ ਕਮਰੇ ਵੱਲ ਜਾ ਪਿਆ ਸੀ, ਜਿੱਥੇ ਫਾਸਫੇਟ ਤੇ ਕਿਸਾਨ ਯੂਰੀਆ ਦੇ ਥੈਲੇ ਧੁਰ ਤੱਕ ਲੱਗੇ ਪਏ ਸਨ। ਕੋਲ ਵਾਰ ਹੀ ਖਾਲੀ ਟੋਕਰੀਆਂ, ਤਸੱਲੇ ਤੇ ਰੱਸੇ ਪਏ ਸਨ। ਨੌਕਰ ਆਪਣੀ ਸਾਈਕਲ ਚਲਾਉਂਦਾ ਸਿੱਧਾ ਵਿਹੜੇ 'ਚ ਆਣ ਖਲੋਤਾ ਸੀ। ਚਾਚਾ ਸਾਹਿਬ ਤੇ ਨੌਕਰ ਦੀ ਕਾਫੀ ਝੜਪ ਹੋਈ ਸੀ। ਇੱਥੋਂ ਤੱਕ ਕਿ ਉਹ ਉਸ ਵੇਲੇ ਸਾਈਕਲ ਲੈ ਪਿੰਡ ਨੂੰ ਮੁੜਨ ਹੀ ਲੱਗਾ ਸੀ ਕਿ ਚਾਚੀ ਨੇ ਬੜੇ ਹੰਮੇ ਨਾਲ ਉਹਨੂੰ ਜਾਂਦੇ ਨੂੰ ਬੁਲਾ ਲਿਆ ਸੀ। ਫਿਰ ਭੱਜੀ ਭੱਜੀ ਉਹ ਰਸੋਈ 'ਚੋਂ ਉਹਦੇ ਲਈ ਪਹਿਲਾਂ ਹੀ ਬਣਾ ਕੇ ਰੱਖੀ ਹੋਈ ਚੀਨੀ ਵਾਲੀ ਚਾਹ ਦਾ ਗਲਾਸ ਲੈ ਆਈ ਸੀ। ਬਿਨਾਂ ਕਿਸੇ ਕਾਹਲ ਤੋਂ ਪਾਲਾ ਚਾਹ ਪੀ ਕੇ ਖੇਤ ਦੀ ਵੱਟੋ ਵੱਟ ਤੁਰਦਾ ਹੋਇਆ ਖੇਤ 'ਚ ਨੱਕੇ ਖੋਲ੍ਹਣ ਜਾ ਲੱਗਾ ਸੀ। ਪਾਰਲੇ ਮਿਰਚਾਂ ਦੇ ਖੇਤ 'ਚ ਕੋਈ 7-8 ਮਜ਼ਦੂਰ ਤੇ ਮਜ਼ਦੂਰਨੀਆਂ ਸਿਰਾਂ 'ਤੇ ਲੀੜਿਆਂ ਦੇ ਮੁੰਡਾਸੇ ਮਾਰੀ ਆਪੋ ਆਪਣੀਆਂ ਖੁਰਪੀਆਂ ਚਲਾ ਰਹੇ ਸਨ। ਉਹ ਹੁਣੇ ਆ ਕੇ ਬੈਠੇ ਨੇ, ਚਾਹੇ ਕਿੰਨਾ ਕਹਿ ਲਓ, ਅੱਧਾ ਘੰਟਾ ਲੇਟ ਆਉਣਗੇ। ਪਿੰਡਾਂ 'ਚ ਆਪਣੀ ਯੂਨੀਅਨ ਬਣਾਈ ਫਿਰਦੇ ਨੇ। ਹੋਰ ਯੂਨੀਅਨਾਂ 'ਤੇ ਸ਼ਾਇਦ ਹਫ਼ਤੇ ਬਾਅਦ ਮੀਟਿੰਗ ਕਰਦੀਆਂ ਹੋਣਗੀਆਂ। ਇਹ ਖੇਤਾਂ ਨੂੰ ਆਉਂਦੇ ਵੀ ਮੀਟਿੰਗ ਕਰਦੇ ਨੇ ਤੇ ਜਾਂਦੇ ਵੀ। ਉਹ ਤਾੜੀ ਮਾਰ ਕੇ ਆਪਣੇ ਮਖਸੂਸ ਅੰਦਾਜ਼ 'ਚ ਹੱਸ ਪਏ ਸਨ। ਚਾਚਾ ਜੀ ਸਾਹਿਬ ਕਹਿਣਾ ਸੌਖਾ ਏ, ਪਰ ਇੰਨੀ ਸਖਤ ਧੁੱਪ 'ਚ ਕੰਮ ਕਰਨਾ। ਤਰਾਟਕੇ ਦੀ ਧੁੱਧ 'ਚ ਖੇਤ 'ਚ ਖੁਰਪੀਆਂ ਚਲਾ ਰਹੇ ਉਹ ਮਜ਼ਦੂਰ ਉਹਨੂੰ ਅਸਲੋਂ ਨਿਮਾਣੇ ਜੇ ਲੱਗੇ ਸਨ। ਬਿਲਕੁਲ ਮੈਂ ਸਮਝਣਾ। ਆਪਣੇ ਮੱਥੇ ਤੋਂ ਮੁੜਕਾ ਪੂੰਝਦੇ ਹੋਏ ਉਹ ਅੰਦਰ ਚਲੇ ਗਏ ਸਨ। ਫਿਰ ਅੰਦਰੋਂ ਛਤਰੀ ਲੈ ਉਹ ਬਾਹਰ ਆ ਖਲੋਤੇ ਸਨ। ਛਤਰੀ ਸਿਰ 'ਤੇ ਤਾਣੀ, ਘੜੀ ਘੜੀ ਮੱਥੇ 'ਤੇ ਆਇਆ ਮੁੜਕਾ ਪੂੰਝਦੇ ਹੋਏ ਪਜਾਮੇ ਦੇ ਖੱਬੇ ਪਹੁੰਚੇ ਨੂੰ ਸੱਜੇ ਹੱਥ ਨਾਲ ਚੁੱਕੀ ਉਹ ਵੱਟੋ ਵੱਟ ਉਸੇ ਖੇਤ ਵੱਲ ਕਾਹਲੀ ਕਾਹਲੀ ਭੱਜੇ ਜਾ ਰਹੇ ਸਨ। ਸਤਿ ਸ੍ਰੀ ਅਕਾਲ ਭਾਜੀ, ਕਿਵੇਂ ਆਏ? ਤੁਸੀਂ ਤਾਂ ਬਣ ਗਏ ਪੱਕੇ ਸ਼ਹਿਰੀ। ਮਾਤੜ ਬਸ ਰਹਿ ਗਏ। ਸ਼ਿੰਦਰ ਪਰਿਓਂ ਮੋਟਰ ਤੋਂ ਕੱਪੜੇ ਤੋਂ ਤਣੀ ਤੇ ਕੱਪੜੇ ਸੁੱਕਣੇ ਪਾਣ ਆਈ ਸੀ। ਸ਼ੁਕਰ ਹੈ ਤੁਹਾਡੇ ਵੀ ਦਰਸ਼ਨ ਹੋ ਗਏ। ਤੁਸੀਂ ਤਾਂ ਜਿਉਂ ਇੱਥੋਂ ਗਏ ਮੁੜ ਕੇ ਵਾਟ ਨਹੀਂ ਵਾਹੀ। ਕਦੋਂ ਕੁ ਦੇ ਆਏ ਹੋ? ਮੈਂ ਤਾਂ ਮੋਟਰ ਤੇ ਕੱਪੜੇ ਧੋਣ ਵਗੀ ਤੀ। ਉਹ ਉਹਦੇ ਚਾਚਾ ਜੀ ਦੇ ਵੱਡੇ ਮੁੰਡੇ ਕਰਮਵੀਰ ਦੀ ਘਰ ਵਾਲੀ ਸੀ। ਕੀ ਗੁਫ਼ਤਗੂ ਹੋ ਰਹੀ ਸੀ ਚਾਚੇ ਭਤੀਜੇ ਦੀ? ਸ਼ਿੰਦਰ ਨੇ ਟੌਂਚ ਜਿਹੀ ਕੀਤੀ ਸੀ। ਉਹਨੇ ਕੁਝ ਵੀ ਬੋਲਣਾ ਠੀਕ ਨਹੀਂ ਸੀ ਸਮਝਿਆ। ਮੱਖ ਭਾਜੀ ਆਪੇ ਤਾਂ ਪੰਗੇ ਲੈਂਦੇ ਨੇ ਪਾਪਾ ਜੀ, ਕਿਸੇ ਦੀ ਮੰਨਦੇ ਤਾਂ ਹੈ ਨਹੀਂ। ਆਖੇ ਮੈਂ ਤਾਂ ਸਬਜ਼ੀਆਂ ਹੀ ਬੀਜੂੰਗਾ। ਸਬਜ਼ੀ ਵੀ ਤਾਂ ਉਹਨਾਂ ਨੂੰ ਵਾਰਾ ਖਾਂਦੀ ਏ ਜਿੰਨਾ ਆਪ ਖੇਤ 'ਚ ਬੈਠ ਕੇ ਗੋਡੀਆਂ ਕਰਨੀਆਂ ਨੇ। ਸਾਰਾ ਕੰਮ ਆਪ ਕਰਨਾ ਹੈ, ਟੁੱਟ ਟੁੱਟ ਮਰਨਾ ਹੈ। ਬਥੇਰੇ ਜੱਟ ਜ਼ਮੀਨਾਂ ਖਰੀਦੀ ਜਾਂਦੇ ਨੇ ਜਿਹੜੇ ਹੱਥੀਂ ਕਰਦੇ ਨੇ। ਮੈਂ ਸਿਰਫ ਹਾਂ ਕਰੀ ਜਾ ਰਿਹਾ ਸੀ। ਇੰਨੇ 'ਚ ਕਰਮਵੀਰ, ਜੋ ਗੋਬਿੰਦਗੜ੍ਹ ਦੇ ਕਿਸੇ ਬੈਂਕ 'ਚ ਨੌਕਰੀ ਕਰਦਾ ਸੀ,
ਨੇ ਵੀ ਸਕੂਟਰ ਤੋਂ ਉੱਤਰ ਹੱਥ ਮਿਲਾ ਮੇਰਾ ਹਾਲ ਚਾਲ ਪੁੱਛਿਆ ਸੀ। ਮੈਂ ਤਾਂ ਆਖਣਾ ਪਾਪਾ ਜੀ ਖੇਤਿਓਂ ਛੱਡ ਦਿਓ, ਪਰ ਇਹ ਤਾਂ ਗੱਲ ਹੀ ਨਹੀਂ ਦਿੰਦੇ। ਹੁਣ ਤੁਹਾਨੂੰ ਕੀ ਦੱਸਾਂ, ਇਹਨਾਂ ਦੇ ਵਾਰੰਟ ਨਿਕਲੇ ਹੋਏ ਨੇ। ਬਹੁਤ ਤਰਲੇ ਮਿੰਨਤਾਂ ਕਰਕੇ ਥੋੜ੍ਹੇ ਦਿਨ ਹੋਰ ਲਏ ਨੇ। ਉਹਨੇ ਹੌਲੀ ਦੇਣੀ ਦੱਸਿਆ ਸੀ। ਪਿਓ ਪੁੱਤ ਆਪੋ 'ਚ ਝਗੜਦੇ ਰਹਿੰਦੇ ਨੇ, ਲੜਦੇ ਰਹਿੰਦੇ ਨੇ। ਘਰ ਉਂਝ ਦਾ ਉਂਝ ਉੱਥੇ ਦਾ ਉੱਥੇ ਖੜਿਆ ਹੋਇਆ ਏ। ਸ਼ਿੰਦਰ ਫਿਰ ਕੱਪੜੇ ਛੱਡਣ ਲੱਗ ਗਈ ਸੀ। ਕਰਮਵੀਰ ਚੁੱਪ ਜਿਹਾ ਹੋ ਗਿਆ ਸੀ, ਜਿਵੇਂ ਉਹਨੂੰ ਕਿਸੇ ਸੋਚ ਨੇ ਘੇਰ ਲਿਆ ਸੀ। ਅੱਗੋਂ ਸਾਡੇ ਮੁੰਡਿਆਂ ਨੂੰ ਕੀ ਆਉਣਾ ਹੈ? ਕੌਣ ਕੁੜੀਆਂ ਕੱਢੀ ਬੈਠਾ ਏ ਬੇਜ਼ਮੀਨਿਆਂ ਲਈ। ਇੱਕ ਦਿਨ ਸੋਨੂੰ ਕਹਿੰਦਾ, ਮੰਮੀ ਮੇਰਾ ਵਾਹ ਹੋ ਜੂ। ਸ਼ਿੰਦਰ ਹੱਥ ਤੇ ਹੱਥ ਮਾਰ ਕੇ ਹੱਸ ਪਈ ਸੀ। ਵੇ ਮੈਂ ਕਿਹਾ ਪੜ੍ਹ ਲਓ ਵੇ ਪੜ੍ਹ ਲਓ ਪੁੱਤ, ਕਿਤੇ ਛੜੇ ਸ਼ੇਰੇ ਵਾਂਗ ਤੁਸੀਂ ਵੀ ਨਾ। ਸ਼ਿੰਦਰ ਏਡੀ ਤਾਂ ਗੱਲ ਨਹੀਂ ਆਈ ਗਈ। ਮੈਨੂੰ ਕੁਝ ਗੁੱਸਾ ਲੱਗਾ ਸੀ। ਨਾ ਭਾਜੀ ਸੱਚ ਪੁੱਛਦੇ ਹੋ ਤਾਂ ਅੱਗੇ ਮੁੰਡਿਆਂ ਦੇ ਹਿੱਸੇ ਕੀ ਆਊ? ਸ਼ਿੰਦਰ ਆਪਣੇ ਭਰਾਵਾਂ ਦੀ ਭੋਏ ਦਾ ਹਿਸਾਬ ਸੋਚ ਰਹੀ ਸੀ, ਜਿਨ੍ਹਾਂ ਦੀ ਬਚੀ ਖੁਚੀ ਭੋਏ ਵੀ ਕਾਫੀ ਮੁਰੱਬੇ ਸੀ। ਸ਼ਾਇਦ ਹਾਲੀ ਹੋਰ ਗੱਲਾਂ ਵੀ ਹੁੰਦੀਆਂ, ਪਰ ਆਪਣੇ ਸਹੁਰੇ ਨੂੰ ਵਾਪਸ ਆਉਂਦਿਆਂ ਵੇਖ ਸ਼ਿੰਦਰ ਚੁੱਪ ਕਰ ਗਈ ਸੀ। ਕਿੰਨੇ ਦਿਨ ਹੋ ਗਏ ਨੇ ਤੈਨੂੰ ਆਖਦਿਆਂ ਪਈ ਟਮਾਟਰਾਂ ਦੇ ਬੀਜ ਲੈ ਆ ਲੁਧਿਆਣਿਓਂ, ਲੇਟ ਹੋ ਰਹੇ ਨੇ। ਪਿਤਾ ਨੇ ਆਉਂਦਿਆਂ ਹੀ ਪੁੱਤਰ ਤੇ ਸਵਾਲ ਕੀਤਾ ਸੀ। ਮੈਂ ਕੋਈ ਨਹੀਂ ਲਿਆਉਣਾ, ਕਰਮਵੀਰ ਨੇ ਭੱਖ ਕੇ ਜਵਾਬ ਦਿੱਤਾ ਸੀ। ਕਿਉਂ ਨਹੀਂ ਲਿਆਉਣਾ, ਕਿਉਂ ਨਹੀਂ ਲਿਆਉਣਾ? ਪਿਓ ਉੱਚੀ ਉੱਚੀ ਬੋਲਣ ਲੱਗਾ ਸੀ। ਮੁੰਡਾ ਵੀ ਅੱਗੋਂ ਭੱਖ ਗਿਆ ਸੀ। ਗੁੱਸੇ ਨਾਲ ਉਹਦੀਆਂ ਅੱਖਾਂ ਲਾਲ ਹੋ ਗਈਆਂ ਸਨ, ਬੁੱਲ੍ਹ ਫਰਕ ਰਹੇ ਸਨ। ਵੱਡਾ ਡੋਲੂ ਚਾਹ ਦਾ ਭਰਵਾ ਕੇ ਨਾਲੇ ਗਿਲਾਸੀਆਂ ਚੁੱਕੀ ਪਾਲਾ ਮਜ਼ਦੂਰਾਂ ਵੱਲ ਹੋ ਗਿਆ ਸੀ। ਇਹਨਾਂ ਤੇ ਚਾਹ ਪੀਂਦਿਆਂ ਹੀ ਘੰਟਾ ਲਾ ਦੇਣਾ ਏ। ਮਗਰੇ ਪਜਾਮਾ ਚੁੱਕੀ ਵੱਟੋ ਵੱਟ ਚਾਚਾ ਜੀ ਹੋ ਲਏ ਸਨ। ਕਾਫੀ ਚਿਰ ਮੇਰੇ ਤੋਂ ਜਾ ਨਾ ਹੋਇਆ। ਵਿਚਕਾਰ ਖਬਰਸਾਰ ਮਿਲਦੀ ਰਹਿੰਦੀ। ਸੁਖਬੀਰ ਕੈਨੇਡਾ ਚਲਾ ਗਿਆ ਸੀ। ਚਾਚਾ ਸਾਹਿਬ ਦੀ ਸਿਹਤ ਠੀਕ ਨਹੀਂ ਸੀ। ਰਹਿੰਦੀ ਖੇਤੀ ਹੁਣ ਕਰਮਵੀਰ ਕਰਦਾ ਸੀ। ਉਹਨੇ ਟਰੈਕਟਰ ਨਵਾਂ ਕਢਵਾ ਲਿਆ ਸੀ। ਜਦੋਂ ਉਹਨੇ ਸੁਣਿਆ ਕਿ ਉਹਨਾਂ ਦੀਆਂ 8 ਗਾਈਆਂ ਮਰ ਗਈਆਂ ਨੇ, ਖੇਤ 'ਚ ਟਮਾਟਰਾਂ ਦੇ ਕੀਤੇ ਛੌਰੇ ਵਾਲੀ ਪਰਾਲੀ ਖਾ ਕੇ ਇੱਕੋ ਰਾਤੇ ਫੁਟਕਮ ਹੋਈਆਂ ਸਨ। ਆਖੇ ਟਮਾਟਰਾਂ 'ਤੇ ਛਿੜਕੀ ਕੀੜੇ ਮਾਰ ਦਵਾਈ ਦਾ ਅਸਰ ਪਰਾਲੀ 'ਤੇ ਵੀ ਹੋ ਗਿਆ ਸੀ। ਕੋਈ 2 ਵਜੇ ਮੈਂ ਚਾਚਾ ਸਾਹਿਬ ਦੇ ਫਾਰਮ 'ਤੇ ਪਹੁੰਚ ਗਿਆ ਸੀ। ਚਾਚਾ ਜੀ ਬਾਹਰਲੇ ਬਰਾਂਡੇ 'ਚ ਡੱਠੇ ਤਖਤ ਪੋਸ਼ 'ਤੇ ਲੰਮੇ ਪਏ ਸਨ। ਕੁੰਝ ਝਵੇਂ ਜਿਹੇ ਤੇ ਉਦਾਸ ਜਿਹੇ। ਉਹ ਉੱਠ ਕੇ ਬੈਠ ਗਏ ਸਨ। ਮੇਰੀ ਸਤਿ ਸ਼੍ਰੀ ਅਕਾਲ ਦਾ ਜਵਾਬ ਵੀ ਉਹਨਾਂ ਕੁਝ ਢਿੱਲਾ ਜਿਹਾ ਦਿੱਤਾ ਸੀ। ਸਿਹਤ ਦਾ ਕੀ ਹਾਲ ਏ ਚਾਚਾ ਜੀ? ਹਾਂ ਹਾਂ ਬਿਲਕੁਲ ਠੀਕ ਏ। ਉਹ ਰਤਾ ਹੁਸ਼ਿਆਰ ਹੋ ਕੇ ਬੈਠ ਗਏ ਸਨ ਤੇ ਸ਼ੱਕੀਆਂ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗੇ ਸਨ। ਗਾਈਆਂ ਦਾ ਅਫਸੋਸ ਕਰਨ 'ਤੇ ਵੀ ਉਹਨਾਂ ਕਰਮਵੀਰ ਨੂੰ ਹੀ ਦੋਸ਼ੀ ਠਹਿਰਾਇਆ ਸੀ। ਇੰਨੇ ਚਿਰ 'ਚ ਚਾਹ ਆ ਗਈ ਸੀ, ਪਰ ਚਾਹ ਪੀਤੀ ਨਹੀਂ ਸੀ ਜਾ ਰਹੀ, ਕਿਉਂਕਿ ਬਰਾਂਡੇ 'ਚ ਟਮਾਟਰਾਂ ਦਾ ਢੇਰ ਲੱਗਿਆ ਹੋਇਆ ਸੀ। ਮਜ਼ਦੂਰ ਤੀਵੀਆਂ ਠੀਕ ਟਮਾਟਰ ਚੁਣ ਚੁਣ ਕੇ ਵੱਡੇ ਵੱਡੇ ਨੀਲੇ ਰੰਗ ਦੇ ਕਰੇਟਾਂ 'ਚ ਲਾਈ ਜਾ ਰਹੀਆਂ ਸਨ। ਵਿੱਚੋਂ ਗੰਦੇ ਤੇ ਰੋਗੀ ਟਮਾਟਰ ਵੱਖ ਕਰੀ ਜਾ ਰਹੀਆਂ ਸਨ। ਖੱਟੀ ਜਿਹੀ ਹੁਮਸ ਸਾਰੇ ਵਰਾਂਡੇ 'ਚ ਫੈਲੀ ਹੋਈ ਸੀ, ਨਾਲ ਹੀ ਮੱਖੀਆਂ ਦੀ ਪਿਣਕਾਰ। ਮੈਂ ਅੰਦਰ ਚਾਚੀ ਨੂੰ ਮਿਲਣ ਗਿਆ ਤਾਂ ਵੇਖਿਆ ਫਰਸ਼ ਤਾਂ ਭਾਵੇਂ ਸਾਰੇ ਪੈ ਚੁੱਕੇ ਸਨ, ਪਰ ਅੰਦਰੋਂ ਲੱਕੜੀ ਦਾ ਕੰਮ ਹਾਲੀ ਸਾਰੇ ਦਾ ਸਾਰਾ ਪਿਆ ਸੀ। ਮੂਰਲੇ ਬਰਾਂਡੇ 'ਚ ਵੀ ਖੇਤੀ ਦੇ ਸੰਦ ਤੇ ਲਟਰਮ ਪਟਰਮ ਪਿਆ ਹੋਇਆ ਸੀ। ਪਰਾਂ ਟਿਊਬਲ ਕੋਲ ਕਰਮਵੀਰ ਨੂੰ ਜਿਵੇਂ ਹਫੜਾ ਦਫੜੀ ਪਈ ਹੋਈ ਸੀ। ਉਹ ਹਫਿਆ ਹੋਇਆ ਸੀ ਤੇ ਉੱਚੀ ਉੱਚੀ ਬੋਲ ਰਿਹਾ ਸੀ। ਕਾਲੀ ਕਾਲੀ ਇੱਧਰੋਂ ਉੱਧਰੋਂ ਦੌੜ ਰਿਹਾ ਸੀ। ਉਹਦੇ ਟਮਾਟਰਾਂ ਦੀ ਸਾਸ ਤੇ ਕੈਚਅਪ ਬਣਾਉਣ ਵਾਲੀ ਕਿਸੇ ਫੈਕਟਰੀ 'ਚ ਜਾਂਦੇ ਸਨ। ਉਹਨਾਂ ਦਾ ਟਰੱਕ ਆਉਣ ਵਾਲਾ ਸੀ, ਪਰ ਕੰਮ ਹਾਲੀ ਅਧੂਰਾ ਪਿਆ ਸੀ। ਉਹ ਕਦੀ ਮਜ਼ਦੂਰਾਂ ਨਾਲ ਝੜਪ ਲੈਂਦਾ, ਕਦੀ ਸ਼ਿੰਦਰ ਨਾਲ। ਵਿਹੜੇ 'ਚ ਇੱਟਾਂ ਦੇ ਬਣਾਏ ਚੁੱਲ੍ਹੇ ਤੇ ਚਾਹ ਦਾ ਵੱਡਾ ਸਾਰਾ ਪਤੀਲਾ ਗੜਕ ਰਿਹਾ ਸੀ। ਸਾਹਮਣੇ ਲਾਉਣ ਲਈ ਰੱਖੀ ਥਾਂ 'ਤੇ ਹੁਣ ਬਰਸੀਮ ਬੀਜਿਆ ਹੋਇਆ ਸੀ। ਭਾਜੀ ਟਮਾਟਰਾਂ ਨੂੰ ਖੌਰੇ ਦੀ ਬਿਮਾਰੀ ਲੱਗ ਗਈ। ਸਾਰੇ ਟਮਾਟਰ ਕਾਣੇ ਪੈ ਗਏ ਨੇ। ਨਿਰੇ ਦਾਗਲ ਖੇਤਾਂ ਦੇ ਖੇਤ ਵਿੱਚ ਪਈ ਗਲਦੇ ਨੇ। ਕੀ ਕਰਾਉਣਾ ਨੇ ਚੁਗਾ ਕੇ? ਉੱਧਰ ਕੰਪਨੀ ਵਾਲਿਆਂ ਦਾ ਟੈਂਡਰ ਨਹੀਂ ਪੂਰਾ ਹੋਣਾ, ਉਹਨਾਂ ਹਰਜਾਨਾ ਪਾ ਦੇਣਾ ਏ। ਇੱਕ ਤਰ੍ਹਾਂ ਉਹਦੇ ਅਥਰੂ ਨਹੀਂ ਸਨ ਪਲਮੇ, ਸ਼ਿੰਦਰ ਸੀ। ਵੇਖ ਰਿਹਾ ਸੀ ਸਾਂ ਸ਼ਿੰਦਰ ਦੇ ਕੱਪੜੇ ਮੁੜਕੀ ਹੋਏ ਪਏ ਸਨ। ਸਿਰ ਦੇ ਘੁੰਘਰਾਲੇ ਵਾਲ ਖਿਲਰੇ ਪਏ ਸਨ। ਗੋਰਾ ਨਿਛਾਓ ਰੰਗ ਕਾਲਾ ਹੋਇਆ ਪਿਆ ਸੀ। ਕਰਮਵੀਰ ਦਾ ਵੱਡਾ ਮੁੰਡਾ ਟਰੈਕਟਰ ਸਟਾਰਟ ਕਰ ਖੇਤਾਂ ਵੱਲ ਹੋ ਗਿਆ ਸੀ। ਹੁਣ ਸਾਡਾ ਵੱਡਾ ਪੜ੍ਹਾਈ ਛੱਡ ਬੈਠਾ ਜੇ। ਆਖੇ ਮੈਂ ਤਾਂ ਟਰੈਕਟਰ ਚਲਾਉਂ। ਭਾਜੀ ਮੈਂ ਤਾਂ ਕਹਿਨੀ ਆ ਛੱਡੋ ਪਰਾਂ, ਟੁੱਟ ਨਾ ਮਰੋ। ਹੁਣ ਰੋਜ਼ ਪਿਓ ਪੁੱਤ ਦਾ ਜੰਗਨਾਮਾ ਛਿੜ ਜਾਂਦਾ ਏ। ਨਾ ਉਹ ਹਟਦੇ ਨੇ, ਨਾ ਮੁੰਡਾ ਹੀ ਹਟਦਾ ਏ। ਟ੍ਰਿਬਿਊਨ ਕਿੱਥੇ ਜੇ ਅੱਜ ਦੀ? ਉਹਨੇ ਐਵੇਂ ਵਿਸ਼ਾ ਬਦਲਣ ਖਾਤਰ ਕਿਹਾ ਸੀ। ਉਹ ਤਾਂ ਬੰਦਾ ਕਰਾਂਤੀ ਭਾਜੀ, ਐਵੇਂ ਵਾਧੂ ਪੈਸਿਆਂ ਦਾ ਖਰਚਾ। ਉਹਨੇ ਉੱਚ ਕੇ ਚਾਚਾ ਜੀ ਵੱਲ ਵੇਖਿਆ ਸੀ। ਉਹਨਾਂ ਕੋਈ ਟਿੱਪਣੀ ਨਹੀਂ ਸੀ ਕੀਤੀ, ਬਸ ਖਾਲੀ ਨਜ਼ਰਾਂ ਨਾਲ ਅਸਮਾਨ ਵੱਲ ਵੇਖੀ ਜਾ ਰਹੇ ਸਨ। ਮੈਨੂੰ ਜਾਪਿਆ ਸੀ ਜਿਵੇਂ ਬਰਾਂਡੇ 'ਚ ਬਹੁਤ ਘੁੱਟਣ ਲੱਗੀ ਹੋਈ ਹੋਵੇ। ਮੈਂ ਉੱਠ ਕੇ ਵਿਹੜੇ 'ਚ ਆ ਗਿਆ ਸੀ।
ਪਰਾਂ ਖੇਤਾਂ 'ਚ ਸਫੈਦਿਆਂ ਲੰਮੇ ਲੰਮੇ ਰੁੱਖ ਜਿਵੇਂ ਸੁਰ ਸਿੱਟੀ ਖਲੋਤੇ ਸਨ, ਪਰ ਗਰਮੀ ਦਾ ਚਿਲਕਦਾ ਹੋਇਆ ਸੂਰਜ ਸਿਰ 'ਚ ਵੜਦਾ ਜਾ ਰਿਹਾ ਸੀ। ਸਿਰਾਂ 'ਤੇ ਮੁੰਡਾਸੇ ਜਿਹੇ ਮਾਰੀ, ਸਿਰ ਝੁਕਾਈ, ਕੋਡੇ ਜਿਹੇ ਹੋ ਕਿੰਨੇ ਬੜੇ ਮਜ਼ਦੂਰ ਤੇ ਮਜ਼ਦੂਰਨੀਆਂ ਦੂਰ ਟਮਾਟਰਾਂ ਦੇ ਖੇਤਾਂ 'ਚ ਟਮਾਟਰ ਚੁਣ ਰਹੇ ਸਨ। ਕਰਮਵੀਰ ਖੱਬੇ ਹੱਥ ਨਾਲ ਪਜਾਮੇ ਦਾ ਸੱਜਾ ਪਹੁੰਚਾ ਚੁੱਕੀ, ਸਿਰ ਝੁਕਾਈ, ਸਿਰ 'ਤੇ ਡੱਬੀਦਾਰ ਪਰਨਾ ਜਿਹਾ ਲਵੇਟੀ ਖੇਤ ਦੀ ਵੱਟੋ ਵੱਟ ਟਮਾਟਰ ਚੁਗਦੇ ਮਜ਼ਦੂਰਾਂ ਵੱਲ ਭੱਜਾ ਜਾ ਰਿਹਾ ਸੀ। ਬਨਿਸਤ ਉਂਝ ਦਾ ਉਂਝ ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਚਾਚਾ ਸਾਏ। ਵਿਦਿਆਰਥੀਓ, ਇਹ ਸੀ ਮੋਹ ਮਿੱਟੀ ਕਹਾਣੀ। ਇਸ ਤੋਂ ਬਾਅਦ ਅਸੀਂ ਆਪਣੀ ਅਗਲੀ ਕਹਾਣੀ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।